पावन पवित्र कल्याणकारी सतगुरां दा इतिहास। गुरु जस सरवण कर लाह प्राप्त करना करिए जी। सो कल दे दीवाना अंदर आप गुरसिख संगतां प्रसंग सरवण कर चुके हो कि कलगीधर पातशाह सतगुरां वल्लों वजाए हुए रणजीत नगारे की ध्वनि कहलूर दियां बिलासपुर दियां पहाड़ियां दे विच गूंजी है, जिसनूं सुन भीम चंद बहुत अचंभा होया ते मंत्री नूं पुछदा ये कौन है। ते मंत्री कलगीधर पातशाह सतगुरां दी महिमा भीम चंद नूं दसदा है। गुरु महिमा सुन के भीम चंद दर्शनां दा अभिलाखी बन सतगुरां नाल मुलाकात करन वास्ते प्रथम अपने वजीर नूं गुरां कोल भेजदा। इधर कलगीधर पातशाह सतगुरु जी आनंदपुर साहिब नगरी विच दीवान सजा के सिख संगतां नूं दर्शन देंदे ते निहाल करदे। अज कलगीधर पातशाह सतगुरां दा जिस वेले दीवान सजिया होया है, बेअंत संगतां जिथे हाजरी भर रहीआं उत्थे समूह गुरां दे जिहड़े सुबट सूरमे तैयार बर तैयार वो भी हजूरी विच खलोते है। दीवान सजिया होया है ते जिहड़ा दरबानची है सतगुरां दा वो सतगुरां दे पास कोल आया। ये प्रसंग आपां पिछले दीवाना अंदर सरवण कर चुके हाँ। अगों पावन कथा की आरंभता हो रही है। कल्याणकारी सतगुरां दा इतिहास सरवण कर लाह प्राप्त करना करिए जी। सतनाम श्री वाहिगुरु साहिब जीओ। हाथ जोर कर अर्ज गुजारी। जो सतगुरां दा ये पौरदार है, गुरां दे दरबार दा जो दरबानची है, उन्हें सतगुरां अगों हथ जोड़ ते अर्ज कीती, बेनती कीती। चोबदार एक पौर अगारी। सतगुरु जी दरवाजे मुहरे एक चोबदार भीम चंद कौ आए वजीर। वो सुनेहा दे रहा कि बाहर भीम चंद दा वजीर आया होया। एक ते चोबदार जिहड़ा बाहर वड्डा जिहड़ा दरवाजा है, उत्थे चोबदार खलोते होए है दो। एक जिहड़ा गुरां दा दीवान है, उस दीवान दे दरवाजे मूहरे दरबानची खलोता है। भीम चंद दा वजीर चोबदार दे कोल पहुंचा ते गुरां नाल मुलाकात करन वास्ते इच्छा जाहिर करदा।
ਚੋਬਦਾਰ ਦਰਵਾਨਚੀ ਨੂੰ ਕਹਿੰਦਾ। ਦਰਵਾਨਚੀ ਗੁਰਾਂ ਕੋਲ ਪਹੁੰਚਦਾ ਤੇ ਹੱਥ ਬੰਨ ਬੇਨਤੀ ਕਰਦਾ, ਸਤਿਗੁਰੂ ਜੀ ਚੋਬਦਾਰ ਸੁਨੇਹਾ ਲੈ ਕੇ ਆਇਆ ਕਿ ਭੀਮ ਚੰਦ ਦਾ ਵਜ਼ੀਰ ਆਪ ਜੀ ਨਾਲ ਮਿਲਣ ਦੀ ਇੱਛਾ ਜ਼ਾਹਰ ਕਰ ਰਿਹਾ ਹੈ। ਮਿਲਿਓ ਚਾਹੇ ਰਾਵਰ ਕੇ ਤੀਰ। ਆਪ ਜੀ ਦੇ ਤੀਰ ਆਪ ਜੀ ਦੇ ਕੋਲ ਆਪ ਜੀ ਨਾਲ ਮਿਲਣਾ ਚਾਹੁੰਦਾ ਹੈ। ਇਹ ਸੁਧ ਕੋ ਸੋ ਚਾਲ ਕਰ ਆਇਓ। ਤੇ ਭੀਮ ਚੰਦ ਦੇ ਵਜ਼ੀਰ ਦੀ ਸੁਧ ਲੈ ਕੇ ਖਬਰ ਲੈ ਕੇ ਤੇ ਚੋਬਦਾਰ ਆਇਆ ਹੋਇਆ ਹੈ। ਸੁਨ ਕਲਗੀ ਧਰ ਬਾਚ ਫਰਮਾਇਓ। ਦਰਵਾਨਚੀ ਕੋਲੋਂ ਇਹ ਬਚਨ ਸੁਣ ਕੇ ਸਤਿਗੁਰਾਂ ਫਰਮਾਇਆ, ਆਬ ਤਿਸ ਖਾਨ ਪਾਨ ਸੁਧ ਲੀਜੈ। ਇਹ ਭਾਈ ਜੇ ਵਜ਼ੀਰ ਆਇਆ ਤੇ ਉਹਦੇ ਜਲ ਪਾਣੀ ਦੀ ਸਾਰੀ ਸੁਧ ਖਬਰਸਾਰ ਜਿਹੜੀ ਹੈ ਉਹ ਹੁਣ ਲੈਣਾ ਕਰੋ। ਆਸ਼ੇ ਥਾਨ ਸਿਵਰ ਕੋ ਦੀਜੈ। ਤੇ ਸੋਹਣੇ ਉਚਿਤ ਸਥਾਨ ਤੇ ਉਸ ਦਾ ਜਿਹੜਾ ਪੜਾ ਉਹ ਲਗਵਾਓ। ਵਿਸ਼ਰਾਮ ਹੇਤੂ ਉਹਨੂੰ ਸੋਹਣਾ ਆਸਣ ਦਿਓ। ਪਿਛਲੇ ਪਹਿਰ ਸਮੀਪ ਬੁਲਾਵੈ। ਤੇ ਪਿਛਲੇ ਪਹਿਰ ਉਸ ਨੂੰ ਕੋਲ ਬੁਲਾਵਾਂਗੇ। ਪਿਛਲੇ ਪਹਿਰ ਵਜ਼ੀਰ ਨੂੰ ਸੱਦਾਂਗੇ। ਦੇਸ ਕੀ ਮਸਲਤ ਸੁਨਹਿ ਸੁਨਾਵੈ। ਉਹਦੀ ਮਸਲਤ ਸੁਣਾਂਗੇ, ਜੋ ਉਹ ਕਹੇਗਾ ਉਹ ਸੁਣਾਂਗੇ ਤੇ ਜੋ ਉਹ ਪੁੱਛੇਗਾ ਉਹ ਉਸ ਨੂੰ ਕਹਾਂਗੇ, ਉਹ ਉਸ ਨੂੰ ਦੱਸਾਂਗੇ। ਏਮ ਕਰ ਹੁਕਮ ਉਠੇ ਗੋਸਾਈ। ਪ੍ਰਿਥਵੀ ਦੇ ਮਾਲਕ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਇਸ ਤਰ੍ਹਾਂ ਕਹਿ ਕੇ ਤੇ ਭੋਜਨ ਦਾ ਸਮਾਂ ਹੋਇਆ ਸੀ। ਗੁਰਾਂ ਸਭਾ ਬਰਖਾਸਤ ਕੀਤੀ ਤੇ ਦੀਵਾਨ ਵਿੱਚੋਂ ਉੱਠ ਖਲੋਤੇ। ਸੁੰਦਰ ਸਦਨ ਪ੍ਰਵੇਸ਼ੇ ਜਾਈ। ਤੇ ਸੁੰਦਰ ਸਦਨ ਘਰ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਜਾ ਪ੍ਰਵੇਸ਼ ਹੋਏ। ਖਾਨ ਪਾਨ ਕਰ ਦਿਵਸ ਟਰਾਇਓ। ਜਲ ਪਾਣੀ ਛਕਿਆ, ਭੋਜਨ ਪ੍ਰਸ਼ਾਦਾ ਛਕਣ ਉਪਰੰਤ ਥੋੜਾ ਸਤਿਗੁਰਾਂ ਵਿਸ਼ਰਾਮ ਕੀਤਾ ਅਤੇ ਇਤਨੇ ਨੂੰ ਦਿਨ ਢਲਿਆ। ਸੋਚ ਇਸ਼ਨਾਨ ਕਰਨ ਮਨ ਭਾਇਓ। ਤੇ ਸਤਿਗੁਰਾਂ ਨੇ ਫਿਰ ਦਿਨ ਢਲਣ ਤੋਂ ਵਿਸ਼ਰਾਮ ਕਰਕੇ ਉੱਠਿਆ ਤੇ ਜਲ ਪਾਣੀ ਛਕਿਆ ਸਤਿਗੁਰਾਂ ਨੇ ਤੇ ਫਿਰ ਸ਼ੌਚ ਕਿਰਿਆ ਕੀਤੀ, ਇਸ਼ਨਾਨ ਪਾਣ ਕੀਤਾ, ਸੋਹਣੇ ਸ਼ਸਤਰ ਬਸਤਰ ਸਜਾਏ। ਯਾਮ ਦਿਵਸ ਬਾਕੀ ਜਬ ਰਹਿਓ। ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ, ਇੱਕ ਪਹਿਰ ਦਿਨ ਸ਼ੇਸ਼ ਰਹਿ ਗਿਆ, ਸੋ ਵਜ਼ੀਰ ਬੁਲਵਾਵਨ ਚਾਹਿਓ। ਸਤਿਗੁਰੂ ਜੀ ਦੀਵਾਨ ਵਿੱਚ ਪਹੁੰਚੇ ਤੇ ਭੀਮ ਚੰਦ ਦੇ ਵਜ਼ੀਰ ਨੂੰ ਸਤਿਗੁਰਾਂ ਨੇ ਬੁਲਾਉਣਾ ਚਾਹਿਆ। ਸਭਾ ਥਾਨ ਮਹਿ ਬੈਠ ਕਿਰਪਾਲਾ। ਕਿਰਪਾ ਦੇ ਆਲ, ਕਿਰਪਾ ਦੇ ਘਰ ਸਭਾ ਦੇ ਵਿੱਚ ਦੀਵਾਨ ਵਿੱਚ ਜਿਸ ਵੇਲੇ ਆ ਸੱਜ ਗਿਆ ਫਿਰੇ ਆਏ ਸਭ ਆਦ ਕਿਰਪਾਲਾ। ਤੇ ਸਾਰੇ ਮਾਮਾ ਕਿਰਪਾਲ ਚੰਦ ਜੀ ਆਦ ਹੋਰ ਸਾਰੇ ਸਭਾ ਵਿੱਚ ਆ ਪਹੁੰਚੇ। ਨੰਦ ਚੰਦ ਤੇ ਆਦ ਮਸੰਦ। ਭਾਈ ਨੰਦ ਚੰਦ ਆਦ ਜੋ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੇ ਦਰਬਾਰ ਦਾ ਪ੍ਰਮੁੱਖ ਦੀਵਾਨ ਹੈ ਭਾਈ ਨੰਦ ਚੰਦ, ਇਹਦੇ ਆਦ ਹੋਰ ਵੀ ਜਿਹੜੇ ਮਸੰਦ ਹੈ ਉਹ ਵੀ ਆ ਪਹੁੰਚਿਆ। ਲਾਗਿਓ ਗੁਰ ਦਰਬਾਰ ਬਿਲੰਦ। ਕਲਗੀਆਂ ਵਾਲੇ ਸਤਿਗੁਰਾਂ ਦਾ ਬਿਲੰਦ ਵੱਡਾ ਦਰਬਾਰ ਲੱਗ ਗਿਆ।
ਨਾਰ ਪਾਠ ਲਿਓ ਬੁਲਾਏ ਵਜ਼ੀਰ। ਸਤਿਗੁਰਾਂ ਸੇਵਕ ਭੇਜ ਕੇ ਭੀਮ ਚੰਦ ਦੇ ਵਜ਼ੀਰ ਨੂੰ ਬੁਲਾਇਆ, ਸੱਦਿਆ। ਘਰ ਬੰਧਨ ਬੈਠਿਓ ਪ੍ਰਭ ਤੀਰ। ਭੀਮ ਚੰਦ ਦਾ ਅਮਾਤਯ ਆਇਆ ਹੈ। ਉਸਨੇ ਗੁਰੂ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਬੈਠ ਗਿਆ। ਘਰ ਤੇ ਅਰਪ ਅਕੋਰ ਅਗਾਰੀ। ਜੋ ਅਕੋਰ ਜਿਹੜੀਆਂ ਭੇਟਾਵਾਂ ਲੈ ਕੇ ਆਇਆ ਸੀ, ਉਹ ਸਤਿਗੁਰਾਂ ਦੇ ਪਾਵਨ ਸ਼੍ਰੀ ਚਰਨਾਂ ਕਮਲਾਂ ਵਿੱਚ ਭੇਟਾਂ ਅਰਪਣ ਕੀਤੀਆਂ। ਨਮੋ ਨਿਰਪਤ ਕਰ ਜੋਰ ਉਚਾਰੀ। ਤੇ ਭੀਮ ਚੰਦ ਰਾਜੇ ਵੱਲੋਂ ਹੱਥ ਜੋੜ ਨਮਨ ਕੀਤੀ ਹੈ। ਭੀਮ ਚੰਦ ਵੱਲੋਂ ਸਤਿਗੁਰਾਂ ਨੂੰ ਨਮਸਕਾਰ ਕੀਤੀ। ਸਤਿਗੁਰ ਕੁਸ਼ਲ ਬੂਝ ਨਾ ਕੀਨੀ। ਸਤਿਗੁਰਾਂ ਸੁਖ ਕਲਿਆਣ ਪੁੱਛੀ, ਹੇ ਭਾਈ ਤੂੰ ਸੁਖ ਆਨੰਦ ਮੰਗਲ ਹੈ, ਤਥਾ ਤੇਰਾ ਰਾਜਾ ਭੀਮ ਚੰਦ ਆਨੰਦ ਮੰਗਲ ਹੈ, ਤਥਾ ਸਮੂਹ ਜਿਹੜੀ ਰਿਆਇਆ ਪਰਜਾ ਹੈ ਉਹ ਆਨੰਦ ਮੰਗਲ ਹੈ। ਇਉਂ ਸੁਖ ਕਲਿਆਣ ਪੁੱਛੀ ਗੁਰਾਂ। ਨਿਮਰ ਹੋਏ ਤਿਨ ਸਭ ਕਹਿ ਦੀਨੀ। ਬੜੀ ਨਿਮਰਤਾ ਨਾਲ ਵਜ਼ੀਰ ਨੇ ਸਾਰੀ ਜਿਹੜੀ ਸੁਖ ਕਲਿਆਣ ਸਤਿਗੁਰਾਂ ਨੂੰ ਕਹੀ। ਪ੍ਰਭ ਜੀ ਤੁਮਰੋ ਸੁਨਿਓ ਨਗਾਰਾ। ਤੇ ਫਿਰ ਵਜ਼ੀਰ ਕਹਿਣ ਲੱਗਾ, ਹੇ ਸਤਿਗੁਰੂ ਜੀ, ਜਿਸ ਵੇਲੇ ਆਪ ਜੀ ਦਾ ਨਗਾਰਾ ਜਿਹੜਾ ਉਹ ਭੀਮ ਚੰਦ ਨੇ ਸੁਣਿਆ, ਮਹਿ ਪਾਲਕ ਸੰਸੈ ਮਨ ਧਾਰਾ। ਤੇ ਮਹਿ ਪਾਲਕ ਦੇ ਮਨ ਵਿੱਚ ਸੰਸਾ ਉਤਪੰਨ ਹੋਇਆ। ਜਿਸ ਵੇਲੇ ਇਹ ਨਗਾਰੇ ਦੀ ਆਵਾਜ਼ ਭੀਮ ਚੰਦ ਦੇ ਕੰਨੀ ਪਈ ਤੇ ਉਹਦਾ ਮਨ ਸ਼ਸ਼ੰਕਤ ਹੋ ਗਿਆ। ਉਹ ਕਉ ਸੁਧ ਰਾਵਰ ਕੀ ਹੁਤੀ। ਤੇ ਮੈਨੂੰ ਆਪ ਜੀ ਦੀ ਸੁਧ ਸੀ, ਮੈਨੂੰ ਆਪ ਜੀ ਦੀ ਖਬਰ ਸੀ। ਕਹਿ ਕਰ ਸਮਝਾਇਓ ਗਿਰਪਤੀ। ਤਾਂ ਮੈਂ ਕਹਿ ਕੇ ਤੇ ਗਿਰਪਤੀ ਨੂੰ ਸਮਝਾਇਆ, ਭੀਮ ਚੰਦ ਨੂੰ ਆਪ ਜੀ ਦੀ ਮਹਿਮਾ ਤੋਂ ਅਵਗਤ ਕਰਾਇਆ। ਸੁਨਤ ਸੁਜਾਸ ਕੋ ਬਹੁਤ ਆਨੰਦਾ। ਆਪ ਜੀ ਦੀ ਮਹਿਮਾ ਸੁਣੀ ਤੇ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ ਭੀਮ ਚੰਦ। ਮਧੁਰ ਸ਼ਬਦ ਘਨ ਮੋਰ ਮਨਿੰਦਾ। ਜਿਵੇਂ ਘਨ ਬੱਦਲ ਦੀ ਧਵਨੀ ਨੂੰ ਸੁਣ ਕੇ, ਬੱਦਲ ਦੀ ਗਰਜ ਨੂੰ ਸੁਣ ਕੇ ਮੋਰ ਖੁਸ਼ ਹੁੰਦਾ ਹੈ। ਮੋਰ ਬਬੀਹੇ ਬੋਲਦੇ ਦੇਖ ਬੱਦਲ ਕਾਲੇ। ਜਿਵੇਂ ਬੱਦਲ ਦੀ ਇਹ ਕਾਲੀ ਘਟਾਂ ਦੇ ਵਿੱਚੋਂ ਉੱਠ ਰਹੀ ਬੱਦਲ ਦੇ ਗਰਜਣ ਦੀ ਗੂੰਜ ਆਵਾਜ਼ ਨੂੰ ਸੁਣ ਕੇ ਤੇ ਮੋਰ ਖੁਸ਼ ਹੁੰਦਾ ਹੈ। ਇਉਂ ਆਪ ਜੀ ਦੀ ਮਹਿਮਾ ਸੁਣ ਕੇ ਭੀਮ ਚੰਦ ਖੁਸ਼ ਹੋਇਆ। ਵਜ਼ੀਰ ਖਾਂ ਬੜਾ ਜਿਹੜਾ ਇਹ ਵਜ਼ੀਰ ਆਇਆ ਹੈ ਨਾ, ਇਹ ਬੜਾ ਦਾਨਿਸ਼ਮੰਦ ਹੈ, ਬੜਾ ਸਿਆਣਾ ਹੈ। ਤੇ ਭੀਮ ਚੰਦ ਦੀ ਇਸ ਤਰ੍ਹਾਂ ਵਿਨਿਮਰਤਾ ਗੁਰਾਂ ਅੱਗੋਂ ਜ਼ਾਹਰ ਕਰ ਰਿਹਾ ਹੈ। ਅਬਿਲਾਖਤ ਚਿਤ ਦਰਸ ਤੁਮਾਰਾ। ਤੇ ਅਬਿਲਾਖਾ ਕਰਦਾ ਹੈ ਭੀਮ ਚੰਦ ਗੁਰਦੇਵ, ਇੱਛਾ ਕਰਦਾ ਹੈ ਆਪ ਜੀ ਦੇ ਦਰਸ਼ਨਾਂ ਦੀ, ਚਾਹਵਾਨ ਹੈ ਆਪ ਜੀ ਦੇ ਦਰਸ਼ਨਾਂ ਦਾ। ਮੋਹੇ ਪਠਾਇਓ ਏਵ ਉਚਾਰਾ। ਤੇ ਮੈਨੂੰ ਇਸ ਤਰ੍ਹਾਂ ਕਹਿ ਕੇ ਭੇਜਿਆ, ਮੈਨੂੰ ਇਸ ਤਰ੍ਹਾਂ ਕਹਿ ਕੇ ਘੱਲਿਆ। ਉਤ ਗੁਰ ਕੋ ਘਰ ਇਤ ਹਮ ਰਾਜੇ। ਉਧਰ ਸਤਿਗੁਰਾਂ ਦਾ ਘਰ ਵੱਡਿਆਂ ਤੋਂ ਵੱਡਾ ਹੈ ਤੇ ਇੱਧਰ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਵੀ ਇਹ ਰਾਜ ਦਾ ਜਿਹੜਾ ਹੈ ਇਹ ਮਾਨ ਪ੍ਰਾਪਤ ਹੈ, ਭਾਵ ਅਸੀਂ ਵੀ ਰਾਜੇ ਹਾਂ। ਨਿਕਟ ਬਸਨ ਤੇ ਪੁਰਵਹਿ ਕਾਜੇ। ਤੇ ਕੋਲ ਕੋਲ ਰਹਿਣੇ ਕਰਕੇ ਦੋਨਾਂ ਦੇ ਕਾਰਜ ਜਿਹੜੇ ਹੈ ਉਹ ਪੂਰੇ ਹੋ ਸਕਦੇ ਆ।
ਭਾਵ ਦੋਨਾਂ ਦੇ ਹੀ ਲੋੜ ਵੇਲੇ ਇੱਕ ਦੂਜੇ ਦੇ ਸਹਾਇਕ ਹੋ ਸਕਦੇ ਹਾਂ। ਹਮਰੋ ਕਿਦੋਂ ਗੁਰੂ ਕੋ ਹੋਏ, ਕੋਈ ਮੈਨੂੰ ਕਾਰ ਜਾਣ ਪਵੇ ਅਥਵਾ ਸਤਿਗੁਰਾਂ ਨੂੰ ਕੋਈ ਕੰਮ ਆਣ ਪਵੇ, ਕਰਹਿ ਸੁਧਾਰਹਿ ਮਿਲ ਦਿਸ਼ ਦੋਏ। ਤੇ ਦੋਨੋਂ ਹੀ ਦਿਸ਼, ਦੋਨੋਂ ਹੀ ਤਰਫ ਭਾਵ ਦੋਨੋਂ ਹੀ ਮਿਲ ਕੇ ਤੇ ਉਹ ਕਾਰਜ ਨੂੰ ਸੁਧਾਰ ਸਕਦੇ ਹਾਂ, ਜਿਹੜਾ ਵੀ ਜਿਸ ਨੂੰ ਵੀ ਕੋਈ ਕੰਮ ਆਣ ਪਵੇ। ਇਤਿਆਦਿਕ ਲਖ ਲਾਭ ਵਿਸਾਲਾ, ਇਤਿਆਦ ਇਹ ਵੱਡਾ ਲਾਭ ਲਖਿਆ ਹੈ, ਵੱਡਾ ਲਾਭ ਜਾਣਿਆ। ਕਹਿਤ ਮੇਲ ਨਿਤ ਕੋ ਮਹਿਪਾਲਾ, ਜਿਹੜਾ ਮਹਿਪਾਲ ਹੈ, ਜਿਹੜਾ ਰਾਜਾ ਭੀਮ ਚੰਦ ਹੈ, ਉਹ ਨਿਤ ਦਾ ਲਾਭ ਲਖ ਕੇ ਤੇ ਆਪ ਜੀ ਨਾਲ ਮੇਲ ਕਰਨਾ ਚਾਹੁੰਦਾ ਹੈ, ਆਪ ਜੀ ਨਾਲ ਮਿਲਣਾ ਚਾਹੁੰਦਾ ਹੈ। ਆਵਤ ਕਉ ਸਨਮਾਨ ਬਖਾਨਹੁ, ਤੇ ਉਸ ਨੂੰ ਆਏ ਤੋਂ ਗੁਰੂਦੇਵ ਉਸ ਦਾ ਸਨਮਾਨ ਕਰਿਓ। ਭੀਮ ਚੰਦ ਜੇ ਆਪ ਜੀ ਦੇ ਦਰਸ਼ਨਾਂ ਹੇਤੂ ਆਵੇ ਤੇ ਉਹਦਾ ਸਨਮਾਨ ਕਰਿਓ। ਵਧਹਿ ਪ੍ਰੇਮ ਜਿਮ ਕਰਨਾ ਠਾਨਹੁ, ਇਹ ਕਿਰਪਾ ਕਰਿਓ ਤੇ ਜਿਸ ਤਰ੍ਹਾਂ ਉਹਦਾ ਆਪ ਜੀ ਨਾਲ ਪ੍ਰੇਮ ਵੱਧ ਜਾਵੇ। ਸ਼੍ਰੀ ਕਲਗੀਧਰ ਕੋ ਰੁਖ ਪਾਏ, ਸਤਿਗੁਰਾਂ ਨੇ ਇਹ ਜਿਹੜਾ ਵਜ਼ੀਰ ਆਇਆ ਹੈ, ਇਹਦੀਆਂ ਸਾਰੀਆਂ ਗੱਲਾਂ ਜੋ ਇਹਨੇ ਬੇਨਤੀ ਰੂਪ ਵਿੱਚ ਕਹੀਆਂ ਗੁਰਾਂ ਸੁਣੀਆਂ, ਤੇ ਸਤਿਗੁਰਾਂ ਦਾ ਰੁਖ ਜਾਣ ਕੇ ਗੁਰੂਦੇਵ ਤੇ ਬੋਲੇ ਨਹੀਂ, ਤੇ ਸਤਿਗੁਰਾਂ ਦਾ ਰੁਖ ਵੇਖ ਕੇ ਮਾਤੁਲ ਉਤਰ ਦੀਸ ਬਣਾਏ। ਮਾਮਾ ਕਿਰਪਾਲ ਚੰਦ ਜੀ ਨੇ ਜਦੋਂ ਸਵਾਰ ਕੇ ਉੱਤਰ ਦਿੱਤਾ, ਜੇ ਪ੍ਰੇਮੀ ਗੁਰ ਘਰ ਕੋ ਹੋਏ, ਕਿ ਹੇ ਵਜ਼ੀਰ, ਜੇ ਤਾਂ ਭੀਮ ਚੰਦ ਗੁਰੂ ਘਰ ਦਾ ਪ੍ਰੇਮੀ ਹੈ, ਗੁਰੂ ਘਰ ਪ੍ਰਤੀ ਉਹਦੀ ਸ਼ਰਧਾ ਹੈ, ਆਦਰ ਕਿਉਂ ਨਾ ਪਾਏ ਢਿਗ ਸੋਏ। ਉਹ ਗੁਰੂ ਕੋਲ ਆ ਕੇ ਆਦਰ ਕਿਉਂ ਨਹੀਂ ਪਾਵੇਗਾ, ਸਤਿਕਾਰ ਕਿਉਂ ਨਹੀਂ ਪਾਵੇਗਾ। ਜੇ ਗੁਰਾਂ ਦਾ ਪ੍ਰੇਮੀ ਹੈ ਤੇ ਉਸ ਨੂੰ ਅਵਸ਼ ਹੀ ਸਤਿਕਾਰ ਮਿਲੇਗਾ। ਜਥਾ ਭਾਵਨਾ ਹਿਰਦੈ ਉਠਾਵੇ, ਜਿਸ ਤਰ੍ਹਾਂ ਵੀ ਉਹ ਆਪਣੇ ਹਿਰਦੇ ਅੰਦਰ ਭਾਵਨਾ ਲੈ ਕੇ ਆਵੇਗਾ, ਜਿਹੋ ਜਿਹੀ ਉਸ ਦੀ ਭਾਵਨਾ ਹੋਵੇਗੀ, ਸ਼੍ਰੀ ਸਤਿਗੁਰ ਤੇ ਤਤ ਛਿਨ ਪਾਵੇ। ਸਤਿਗੁਰਾਂ ਕੋਲੋਂ ਤਤ ਛਿਨ ਉਸੇ ਤਰ੍ਹਾਂ ਭਾਵਨਾ ਦਾ ਫਲ ਪ੍ਰਾਪਤ ਕਰ ਲਵੇਗਾ। ਜੈਸੀ ਉਸ ਦੀ ਭਾਵਨਾ ਹੋਵੇਗੀ, ਸਤਿਗੁਰਾਂ ਦੁਆਰਾ ਉਹੀ ਫਲ ਉਸ ਨੂੰ ਤਤਕਾਲ ਪ੍ਰਾਪਤ ਹੋਵੇਗਾ। ਇਹ ਤਉ ਕਿਰਪਾ ਸਕਲ ਪਰ ਧਰੈ, ਸਤਿਗੁਰੂ ਜੀ ਤੇ ਸਾਰਿਆਂ ਤੇ ਕਿਰਪਾ ਕਰਦੇ ਆ, ਕਿਰਪਾ ਰਸ ਦੇ ਵਿੱਚ ਢਾਲ ਆਉਂਦੇ ਆ। ਰੰਕ ਰਾਵ ਕੀ, ਰੰਕ ਰਾਵ ਕੀ ਕਾਮਨ ਪੁਰੈ, ਚਾਹੇ ਕੋਈ ਰੰਕ ਗਰੀਬ ਨਿਰਧਨ ਇਹਨਾਂ ਕੋਲ ਆ ਜਾਵੇ, ਤੇ ਭਾਵੇਂ ਕੋਈ ਰਾਵ ਰਾਜਾ ਇਹਨਾਂ ਕੋਲ ਆ ਜਾਵੇ, ਜੋ ਕੋਈ ਵੀ ਜੈਸੀ ਭਾਵਨਾ ਲੈ ਕੇ ਆਉਂਦਾ ਹੈ, ਗੁਰੂਦੇਵ ਸਤਿਗੁਰੂ ਜੀ ਸਾਰਿਆਂ ਦੀਆਂ ਭਾਵਨਾਵਾਂ ਪੂਰਨ ਕਰਦੇ ਐ। ਭੀਮ ਚੰਦ ਕਹਿਲੂਰੀ ਰਾਜਾ, ਸੋ ਜਿਹੜਾ ਭੀਮ ਚੰਦ ਕਹਿਲੂਰ ਦਾ ਰਾਜਾ ਹੈ, ਦੁਤੀਓ ਗੁਰੂ ਪ੍ਰੇਮ ਉਪਰਾਜਾ। ਇੱਕ ਤੇ ਉਹ ਹੈ ਰਾਜਾ, ਫਿਰ ਕਹਿਲੂਰ ਦਾ ਰਾਜਾ ਹੈ ਜਿਹੜਾ ਦੇਸ਼ ਨਿਕਟ ਹੈ, ਭਾਵ ਕਹਿਲੂਰ ਦੀ ਦੂਣ ਵਿੱਚ ਹੀ ਗੁਰੂਦੇਵ ਦਾ ਨਗਰ ਹੈ, ਤੇ ਕਹਿਲੂਰ ਦਾ ਉਹ ਰਾਜਾ ਹੈ, ਸਤਿਗੁਰਾਂ ਦੇ ਨਿਕਟ ਰਹਿੰਦਾ ਹੈ, ਫਿਰ ਉਹ ਰਾਜਾ ਹੈ ਇੱਕ ਤਾਂ, ਤੇ ਦੁਤੀਓ ਗੁਰੂ ਪ੍ਰੇਮ ਉਪਰਾਜਾ, ਦੂਸਰਾ ਉਹਦੇ ਮਨ ਵਿੱਚ ਗੁਰੂ ਚਰਨਾਂ ਕਮਲਾਂ ਦਾ ਜਿਹੜਾ ਪ੍ਰੇਮ ਹੈ ਇਹ ਉਤਪੰਨ ਹੋ ਆਇਆ ਹੈ। ਤ੍ਰਿਤੀਏ ਬਾਸ ਸਮੀਪ ਸਦੀਵਾ, ਤੇ ਤੀਜਾ ਹਮੇਸ਼ਾ ਹੀ ਉਹ ਸਾਡੇ ਕੋਲ ਰਹਿੰਦਾ, ਤਥਾ
ਅਸੀਂ ਭਾਵ ਗੁਰਦੇਵ ਉਹਦੀ ਇਸ ਰਿਆਸਤ ਦੇ ਕੋਲ ਰਹਿੰਦੇ ਹੈ। ਮਿਲਨ ਸਾਹਿਤ ਪੁਨ ਕਰ ਮਨ ਨੀਵਾ। ਤੇ ਫਿਰ ਸਹਿਤ ਪ੍ਰੇਮ ਦੇ ਗੁਰਾਂ ਨੂੰ ਮਿਲਣ ਵਾਸਤੇ ਉਹਨੇ ਆਪਣਾ ਮਨ ਨੀਵਾਂ ਕੀਤਾ ਹੈ, ਵਿਨਿਮਰ ਹੋਇਆ ਹੈ। ਇਤਿਆਦਿਕ ਗੁਣ ਘਨੇ ਵਿਚਾਰਹੁ। ਇਤਿਆਦ ਭੀਮ ਚੰਦ ਵਿੱਚ ਤੇ ਬੜੇ ਗੁਣ ਹੈ। ਇਤਿਆਦ ਉਹਦੇ ਵਿੱਚ ਤੇ ਬੜੇ ਸ਼ੁਭ ਲੱਛਣ ਸ਼ੁਭ ਗੁਣ ਪਾਈਦੇ ਹੈ। ਆਵਹ ਭਲੀ ਬਾਤ ਨਿਰਧਾਰਹੁ। ਤੇ ਚੰਗੀ ਤਰ੍ਹਾਂ ਨਿਰਣਾ ਕਰੋ, ਬੜੀ ਚੰਗੀ ਗੱਲ ਹੈ। ਜੇ ਭੀਮ ਚੰਦ ਗੁਰਾਂ ਕੋਲ ਆਉਂਦਾ ਹੈ ਤੇ ਗੁਰਾਂ ਵੱਲੋਂ ਭੀਮ ਚੰਦ ਨੂੰ ਜੀਓ ਆਇਆ। ਮੁਸਕਾਵਤ ਕਲਗੀ ਧਰ ਕਹਿਓ। ਮਾਮਾ ਜੀ ਨੇ ਇਸ ਤਰ੍ਹਾਂ ਵਜ਼ੀਰ ਨੂੰ ਪ੍ਰਤ ਉੱਤਰ ਦਿੱਤਾ ਤੇ ਕਲਗੀਆਂ ਵਾਲੇ ਵੀ ਤਦੋਂ ਮੁਸਕਰਾਉਂਦੇ ਹੋਏ ਬੋਲੇ, ਗਿਰਪਤ ਸ਼ੌਕ ਕਾਹੇ ਬਹੁ ਲਹਿਓ। ਸਤਿਗੁਰੂ ਜੀ ਪੁੱਛਦੇ ਵਜ਼ੀਰ ਨੂੰ ਕਿ ਇਹ ਵਜ਼ੀਰ, ਜਿਹੜਾ ਗਿਰਪਤੀ ਹੈ, ਭੀਮ ਚੰਦ ਹੈ, ਪਹਾੜੀ ਰਾਜ ਹੈ, ਉਹ ਕਿਹੋ ਜਿਹੇ ਸ਼ੌਂਕ ਰੱਖਦਾ ਹੈ? ਕਰਨ ਅਖੇਰ ਕਿਤਕ ਮਨ ਭਾਵੈ। ਉਹਨੂੰ ਸ਼ਿਕਾਰ ਕਰਨਾ ਕਿੰਨਾ ਕੁ ਚੰਗਾ ਲੱਗਦਾ, ਸ਼ਿਕਾਰ ਦੇ ਪ੍ਰਤੀ ਉਹਦੀ ਕੈਸੀ ਰੁਚੀ ਹੈ। ਐਸੋ ਆਸ ਪਰ ਚੜਨ ਸੁਹਾਵੈ। ਉਹਨੂੰ ਕਿਹੋ ਜਿਹੇ ਘੋੜੇ ਦੀ ਸਵਾਰੀ ਕਰਨੀ ਭਾਉਂਦੀ ਹੈ, ਜਿਹੜਾ ਘੋੜਾ ਸ਼ਾਂਤ ਹੋਵੇ ਜਾਂ ਜਿਹੜਾ ਘੋੜਾ ਬਹੁਤ ਚੰਚਲ ਹੋਵੇ, ਜਾਂ ਧੀਮੀ ਗਤੀ ਚੱਲਣ ਵਾਲੇ ਜਾਂ ਤੇਜ਼ ਦੌੜਨ ਵਾਲੇ ਦੀ ਅਸਵਾਰੀ ਉਹਨੂੰ ਪਾਉਂਦੀ, ਕਿਹੋ ਜਿਹਾ ਘੋੜਾ ਉਹਨੂੰ ਚੰਗਾ ਲੱਗਦਾ ਹੈ। ਇਸ ਆਯੁਧ ਕੋ ਹੈ ਅਭਿਆਸਾ। ਆਯੁਧ, ਆਯੁਧ ਹੁੰਦੇ ਸ਼ਸਤਰ। ਕਿਸ ਸ਼ਸਤਰ ਦਾ ਉਹ ਅਭਿਆਸੀ ਹੈ? ਕਿਹੜੇ ਸ਼ਸਤਰ ਦਾ ਉਹ ਅਦਕ ਅਭਿਆਸ ਕਰਦਾ ਹੈ? ਰਖੈ ਤੁਫੰਗ ਕੇ ਚਾਪ ਸੋ ਪਾਸਾ। ਉਹ ਆਪਣੇ ਕੋਲ ਮੁਗਲਾਂ ਵੱਤ ਤੁਫੰਗ ਰੱਖਦਾ ਹੈ, ਬੰਦੂਕ ਰੱਖਦਾ ਹੈ, ਕਾਇਰਤਾ ਪੁਣੇ ਵਾਲੀ, ਜਾਂ ਸੂਰਬੀਰਾਂ ਵਾਂਗੂ ਆਪਣੇ ਕੋਲ ਧਨਖ ਰੱਖਦਾ ਹੈ, ਆਪਣੇ ਕੋਲ ਕਮਾਨ ਰੱਖਦਾ, ਤੀਰ ਰੱਖਦਾ ਹੈ। ਕੌਣ ਸੋ ਥਲ ਮਹਿ ਸੁਨਿਓ ਨਗਾਰਾ। ਉਹਨੇ ਕਿੱਥੇ ਨਗਾਰੇ ਦੀ ਆਵਾਜ਼ ਸੁਣੀ? ਕਿੱਥੇ ਬੈਠਾ ਸੀ ਜਦੋਂ ਉਸ ਨੂੰ ਨਗਾਰੇ ਦੀ ਆਵਾਜ਼ ਸੁਣਾਈ ਦਿੱਤੀ? ਜਿਸ ਤੇ ਆਵਨ ਕੋ ਮਨ ਧਾਰਾ। ਜਿਸ ਕਰਕੇ ਉਹ ਗੁਰਾਂ ਕੋਲ ਆਉਣ ਦਾ ਇੱਛੁਕ ਹੋਇਆ, ਗੁਰਾਂ ਕੋਲ ਆਉਣ ਦੀ ਮਨਸ਼ਾ ਉਸਨੇ ਮਨ ਵਿੱਚ ਧਾਰਨ ਕੀਤੀ ਹੈ। ਹੱਥ ਜੋੜ ਕਹਿ ਅਰਜ਼ ਵਜ਼ੀਰ। ਵਜ਼ੀਰ ਹੱਥ ਜੋੜ ਕਹਿਣ ਲੱਗਾ, ਗਿਰਪਤ ਭੀਮ ਚੰਦ ਬਾਰ ਬੀਰ। ਸਤਿਗੁਰੂ ਜੀ, ਜਿਹੜਾ ਗਿਰਪਤੀ ਭੀਮ ਚੰਦ ਹੈ, ਪਹਾੜੀ ਰਾਜਾ, ਉਹ ਬੜਾ ਬਲਸ਼ਾਲੀ ਹੈ ਤੇ ਬੜਾ ਵੀਰ ਹੈ, ਬੜਾ ਸੂਰਮਾ ਹੈ। ਉਹ ਸੈਲਪਤੀ ਸਭ ਆਏ ਸਮਾਨ ਹੈ। ਜਿੰਨੇ ਪਹਾੜੀ ਰਾਜੇ ਹਨ, ਸਾਰੇ ਦੇ ਸਾਰੇ ਹੀ ਭੀਮ ਚੰਦ ਦੀ ਆਇਸ ਆਗਿਆ ਨੂੰ ਮੰਨਦੇ ਹੈ। ਸੁਮਤਵੰਤ ਆਤਮਸਲਤ ਠਾਨ ਹੈ। ਬੜਾ ਸਿਆਣਾ ਹੈ ਭੀਮ ਚੰਦ, ਤੇ ਅਤਿਸ਼ੇ ਕਰਕੇ ਸਿਆਣੀ ਸਲਾਹ ਦਿੰਦਾ ਹੈ। ਅਥਵਾ ਜਿਹੜੇ ਅਤਿਸ਼ੇ ਕਰਕੇ ਬੜੇ ਸਿਆਣੇ ਸੁਲਝੇ ਹੋਏ ਵੀ ਰਾਜੇ ਹੈ ਨਾ, ਉਹ ਵੀ ਕੋਈ ਨਵਾਂ ਕਾਰਜ ਕਰਨਾ ਹੋਵੇ, ਕੋਈ ਨਵਾਂ ਕੰਮ ਕਰਨਾ ਹੋਵੇ, ਤਾਂ ਉਹ ਭੀਮ ਚੰਦ ਰਾਜੇ ਦੀ ਆ ਕੇ ਸਲਾਹ ਲੈਂਦੇ ਆ। ਇਹ ਭੀਮ ਚੰਦ ਰਾਜੇ ਦੀ ਜਿਹੜੀ ਦਾਨਸ਼ਮੰਦਤਾ ਹੈ, ਉਹਦਾ ਸਾਰੇ ਹੀ ਪਹਾੜੀ ਰਾਜਿਆਂ ਦੇ ਵਿੱਚ ਬੜਾ ਜਿਹੜਾ ਹੈ ਉਹ ਦਬਦਬਾ ਹੈ, ਅਥਵਾ ਉਹਦੀ ਦਾਨਸ਼ਮੰਦਤਾ ਦਾ ਜਿਹੜਾ ਹੈ ਨਾ, ਉਹ ਸਾਰਿਆਂ ਵਿੱਚ ਬੜਾ ਬੋਲਬਾਲਾ ਹੈ।
ਰਾਜਨੀਤ ਮਹਿ ਨਿਪੁੰਨ ਵਿਸਾਲਾ। ਰਾਜਨੀਤੀ ਵਿੱਚ ਬੜਾ ਨਿਪੁੰਨ ਹੈ, ਪ੍ਰਾਂਗਤ ਹੈ ਭੀਮ ਚੰਦ। ਸਭ ਤੇ ਅਦਕ ਚਮੂ ਤਿਸ ਨਾਲਾ। ਤੇ ਸਾਰਿਆਂ ਤੋਂ ਅਦਕ ਜ਼ਿਆਦਾ ਚਮੂ ਭੀਮ ਚੰਦ ਦੇ ਨਾਲ। ਬਾਕੀ ਜਿੰਨੇ ਵੀ ਰਾਜੇ ਹੈ ਸਾਰੇ ਪਹਾੜੀ ਰਾਜਿਆਂ ਤੋਂ ਭੀਮ ਚੰਦ ਰਾਜੇ ਦੇ ਕੋਲ ਫੌਜ ਅਦਕ ਹੈ। ਕਬ ਕਬ ਚੜ੍ਹ ਹੈ ਅਖੀਰ ਕਰਨ ਕੋ। ਤੇ ਕਦੇ ਕਦੇ ਉਹ ਸ਼ਿਕਾਰ ਖੇਲਣ ਵਾਸਤੇ ਚੜ੍ਹਦਾ ਹੈ। ਬਹੁ ਅਭਿਆਸਤ ਸ਼ਸਤਰ ਧਰਨ ਕੋ। ਤੇ ਸ਼ਸਤਰ ਧਾਰਨ ਦਾ ਬੜਾ ਅਭਿਆਸੀ ਹੈ, ਭਾਵ ਸਾਰੇ ਸ਼ਸਤਰਾਂ ਦਾ ਹੀ ਬੜਾ ਅਭਿਆਸ ਕਰਦਾ ਹੈ। ਤੁਮ ਸ਼ਿਕਾਰ ਕੋ ਕਰਨ ਗਏ ਜਬ। ਤੇ ਜਦੋਂ ਆਪ ਜੀ ਸ਼ਿਕਾਰ ਖੇਲਣ ਗਏ ਸੀ ਗੁਰਦੇਵ, ਨਿਜ ਗ੍ਰਾਮਨ ਮਹਿ ਨਿਕਟ ਹੁਤੋ ਤਬ। ਉਹ ਆਪਣੇ ਨਗਰਾਂ ਵਿੱਚ ਨੇੜੇ ਹੀ ਸੀ, ਬਿਲਾਸਪੁਰ ਦੇ ਵਿੱਚ ਹੀ ਵਾਸ ਕਰਦਾ ਸੀ। ਇਹੋ ਆਗਿਆ ਅਬ ਲੈ ਕਰ ਆਉ। ਤੇ ਉੱਥੇ ਉਹਨੇ ਨਗਾਰੇ ਦੀ ਆਵਾਜ਼ ਸੁਣੀ ਸੀ ਤੇ ਉਦੋਂ ਹੀ ਦਰਸ਼ਨਾਂ ਦਾ ਵਿਲਾਖੀ ਹੋਇਆ। ਸੋ ਹੇ ਸਤਿਗੁਰੂ ਜੀ ਮੈਨੂੰ ਆਇਸ ਦਿਓ। ਵਜ਼ੀਰ ਕਹਿਣ ਲੱਗਾ ਮੈਨੂੰ ਆਗਿਆ ਦਿਓ ਤੇ ਮੈਂ ਭੀਮ ਚੰਦ ਨੂੰ ਆਪ ਜੀ ਦੇ ਕੋਲ ਆਪ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਵਾਂ। ਸੁਧ ਰਾਵਰ ਕੀ ਸਕਲ ਸੁਣਾਓ। ਤੇ ਆਪ ਜੀ ਦੀ ਸੁਧ ਖਬਰ ਸਾਰੀ ਭੀਮ ਚੰਦ ਨੂੰ ਜਾ ਕੇ ਸੁਣਾਵਾਂ। ਬਹੁ ਮੋਲਾ ਸਿਰੋ ਪਾਉ ਮੰਗਾਇਓ। ਸਤਿਗੁਰੂ ਨੇ ਤਦੋਂ ਵਜ਼ੀਰ ਨੂੰ ਵਿਦਾ ਕਰਨ ਵਾਸਤੇ ਬਹੁ ਮੋਲਾ ਸਿਰੋ ਪਾਉ ਖਜ਼ਾਨੇ ਵਿੱਚੋਂ ਮੰਗਵਾਇਆ। ਕਰ ਗੁਰ ਹੁਕਮ ਵਜ਼ੀਰ ਦਿਵਾਇਓ। ਤੇ ਹੁਕਮ ਕਰਕੇ ਮਾਮਾ ਜੀ ਦੁਆਰਾ ਤਥਾ ਆਨੰਦ ਚੰਦ ਜੀ ਦੁਆਰਾ ਵਜ਼ੀਰ ਨੂੰ ਸਿਰੋ ਪਾਉ ਦਿਵਾਇਆ। ਕਰ ਬੰਧਨ ਕੋ ਰੁਖਸਤ ਹੋਇਓ। ਗੁਰੂ ਚਰਨਾਂ ਤੇ ਬੰਦਨਾ ਕੀਤੀ ਵਜ਼ੀਰ ਨੇ ਤੇ ਰੁਖਸਤ ਹੋ ਗਿਆ, ਚੱਲ ਪਿਆ ਵਿਦਾਇਗੀ ਲੈ ਕੇ। ਹਰਖਤ ਬਹੁ ਸੁਸ਼ੀਲ ਜੁਤ ਜੋਇਓ। ਸਤਿਗੁਰਾਂ ਨੂੰ ਬਹੁਤ ਸੁਸ਼ੀਤਲ ਸੁਭਾਅ ਸੰਯੁਗਤ ਡਿਠਾ ਹੈ, ਵੇਖਿਆ ਹੈ। ਕਿਉਂਕਿ ਸੁਣਿਆ ਸੀ ਲੋਕਾਂ ਕੋਲੋਂ ਜਾਂ ਸਿੱਖਾਂ ਮੁਖ ਤੋਂ, ਸਿੱਖਾਂ ਦੇ ਕੋਲੋਂ ਅਥਵਾ ਹੋਰ ਜਿਹੜੇ ਦਰਸ਼ਨ ਕਰਨ ਆਉਂਦੇ ਲੋਕ ਉਹਨਾਂ ਕੋਲੋਂ। ਆਪ ਵਜ਼ੀਰ ਵੀ ਨਹੀਂ ਸੀ ਗੁਰੂ ਦਰਸ਼ਨਾਂ ਨੂੰ ਕਦੇ ਆਇਆ। ਅੱਜ ਦਰਸ਼ਨ ਕੀਤੇ ਹੈ, ਗੁਰਾਂ ਦਾ ਸ਼ੀਤਲ ਸੁਭਾਅ ਡਿਠਾ ਹੈ, ਸ਼ੀਤਲ ਸੁਭਾਅ ਵੇਖਿਆ ਹੈ ਤੇ ਬੜਾ ਮਨ ਸ਼ਰਧਾ ਸੰਯੁਗਤ ਹੋਇਆ ਹੈ। ਦੋਹਰਾ ਵਿਦਾ ਹੋਏ ਸਤਿਗੁਰੂ ਤੇ। ਸਤਿਗੁਰਾਂ ਕੋਲੋਂ ਵਿਦਾ ਹੋਇਆ। ਹਰਖਤ ਲੈ ਸਿਰੋ ਪਾਏ। ਇਹ ਸਿਰੋ ਪਾਉ ਪ੍ਰਾਪਤ ਕਰਕੇ ਗੁਰੂ ਘਰ ਵੱਲੋਂ ਬੜਾ ਖੁਸ਼ ਹੋਇਆ। ਭੀਮ ਚੰਦ ਗਿਰ ਇੰਦ ਢਿਗ। ਜਿਹੜਾ ਗਿਰ ਪਹਾੜ ਦਾ ਇੰਦ ਰਾਜਾ ਹੈ ਭੀਮ ਚੰਦ, ਉਹਦੇ ਢਿਗ ਕੋਲ ਗਾ ਵਜ਼ੀਰ ਉਤਲਾਏ। ਬੜੀ ਉਤਲਾਏ ਨਾਮ ਕਾਲੀ ਨਾਲ, ਉਤਲਾਏ ਨਾਮ ਉਤਾਵਲਤਾ ਨਾਲ ਭੀਮ ਚੰਦ ਕੋਲ ਗਿਆ। ਪਿਓ ਪਈ ਨਮੋ ਠਾਨ ਬੈਠਿਓ ਨ੍ਰਿਪ ਪਾਸੀ। ਤੇ ਰਾਜੇ ਨੂੰ ਜਾ ਕੇ ਨਮਸਕਾਰ ਕਰਕੇ ਕੋਲ ਬਹਿ ਗਿਆ ਵਜ਼ੀਰ। ਗੁਰਨ ਵਾਰਤਾ ਸਕਲ ਪ੍ਰਕਾਸ਼ੀ। ਤੇ ਸਤਿਗੁਰਾਂ ਦੀ ਵਾਰਤਾ ਜੋ ਬਚਨ ਵਿਲਾਸ ਅਨੰਦਪੁਰ ਸਾਹਿਬ ਨਗਰੀ ਵਿੱਚ ਗੁਰਾਂ ਨਾਲ ਹੋਏ ਸੀ, ਉਹ ਸਾਰੇ ਭੀਮ ਚੰਦ ਅੱਗੋਂ ਦੱਸੇ। ਬਾਡ ਉਤਸਾਹਵੰਤ ਬਲ ਭਾਰੀ। ਬੜੇ ਉਤਸ਼ਾਹ ਵਾਲੇ ਹੈ, ਕਲਗੀਆਂ ਵਾਲੇ ਤੇ ਬੜੇ ਬਲਸ਼ਾਲੀ ਹਨ, ਜੋ ਬਹੁਤ ਬਲੀ ਹਨ। ਅਜ਼ਮਤ ਜਾਗਤ ਜੋਤ ਉਦਾਰੀ। ਤੇ ਅਜ਼ਮਤ ਦੇ ਕਰਾਮਾਤ ਦੇ ਸਮੁੰਦਰ ਹਨ ਤੇ ਗੁਰੂ ਜੋਤ ਜਿਨ੍ਹਾਂ ਦੇ ਵਿੱਚ ਪ੍ਰਗਟ ਹੀ ਜਗਦੀ ਹੈ, ਪ੍ਰਕਾਸ਼ ਦੀ ਚਿਹਰੇ ਦਾ ਜੋ ਜਲਾਲ
ਚੜ੍ਹਦੇ ਸੂਰਜ ਦੀ ਨਿਆਈ ਜਿਨ੍ਹਾਂ ਦੇ ਚਿਹਰੇ ਦਾ ਤੇਜ ਹੈ, ਤੇ ਫਿਰ ਐਸਾ ਤੇਜ ਸ਼ੀਤਲ ਤੇਜ ਹੈ, ਠੰਡਕ ਪਹੁੰਚਾਉਣ ਵਾਲਾ ਤੇਜ ਹੈ। ਤੁਮਰੋ ਕਹਿਓ ਸ਼ਰਵਨ ਸੁਨ ਆਸ਼ੇ। ਹੇ ਰਾਜਨ, ਤੁਹਾਡੀ ਕਹਿਵਤ ਸਾਰੀ ਗੁਰਾਂ ਨੂੰ ਕਹੀ ਤੇ ਉਹਨਾਂ ਬੜੇ ਧਿਆਨ ਨਾਲ ਕੰਨ ਦੇ ਕੇ ਸੁਣੀ। ਯਥਾ ਜੋਗ ਉੱਤਰ ਦੇ ਪਾਸ਼ੇ। ਉਪਰੰਤ ਯਥਾ ਉਚਿਤ ਗੁਰਾਂ ਉੱਤਰ ਵੀ ਦਿੱਤੇ। ਸਾਦਰ ਮੁਲਾਕਾਤ ਠਹਿਰਾਈ। ਬੜਾ ਆਦਰ ਕਰਦਿਆਂ ਹੋਇਆਂ ਸਤਿਗੁਰਾਂ ਮੁਲਾਕਾਤ ਕਰਨੀ ਠਹਿਰਾ ਲਈ ਹੈ। ਗੁਰਾਂ ਵੱਲੋਂ ਅਨੁਮਤੀ ਮਿਲ ਗਈ ਹੈ ਕਿ ਭੀਮ ਚੰਦ ਜਦ ਵੀ ਚਾਹਵੇ ਉਹ ਦਰਸ਼ਨ ਕਰ ਸਕਦਾ ਆ ਕੇ। ਮਿਲਹੁ ਆਪ ਲਿਹੁ ਕਾਜ ਬਨਾਈ। ਸੋ ਇਹ ਭੀਮ ਚੰਦ ਰਾਜਨ, ਸਤਿਗੁਰਾਂ ਨਾਲ ਮਿਲੋ ਹੁਣ, ਤੇ ਮਿਲ ਕੇ ਜਿਹੜਾ ਕਾਰਜ ਹੈ ਸਾਰਾ ਸੁਧਾਰ ਲੈਣਾ ਕਰੋ ਸੰਧੀ ਦਾ, ਕਿਉਂਕਿ ਸੰਧੀ ਵਿੱਚ ਦੋਨੋਂ ਧਿਰਾਂ ਨੂੰ ਹੀ ਲਾਭ ਹੋਵੇਗਾ, ਮੁਨਾਫਾ ਹੋਵੇਗਾ। ਵਿਦੇਸ਼ੀ ਤਥਾ ਅਨਿਆ ਰਾਜਿਆਂ ਦੀਆਂ ਜਿਹੜੀਆਂ ਅਨਿਆ ਰਾਜੇ ਦੀ ਜਿਹੜੀ ਫੌਜ ਹੋਵੇਗੀ ਉਹ ਤੇਰੇ ਰਾਜ ਦੀ ਸੀਮਾ ਦਾ ਅਤੀਕ੍ਰਮਣ ਨਹੀਂ ਕਰ ਪਾਵੇਗੀ। ਜਦ ਦੋ ਸ਼ਕਤੀਆਂ ਇਕੱਠੀਆਂ ਹੋਣਗੀਆਂ ਤੇ ਤੀਜੇ ਸ਼ਤਰੂ ਕਿਸੇ ਦੀ ਤਾਕਤ ਨਹੀਂ ਪਵੇਗੀ। ਭੀਰ ਬਿਲੰਦ ਆਨੰਦਪੁਰ ਮਹੀਆ। ਸੋ ਭੀਮ ਚੰਦ ਰਾਜੇ ਨੂੰ ਵਜ਼ੀਰ ਦੱਸ ਰਿਹਾ, ਜਦੋਂ ਮੈਂ ਆਨੰਦਪੁਰ ਸਾਹਿਬ ਨਗਰੀ ਗਿਆ ਤੇ ਬੜੀ ਭੀੜਾ ਸੀ ਉੱਥੇ ਸੰਗਤ ਦੀ। ਉਤਰੀ ਚਮੋ ਸੁਬਟ ਜਹ ਕਹੀਆ। ਤੇ ਫਿਰ ਕੇਵਲ ਸੰਗਤ ਹੀ ਨਹੀਂ ਸੀ, ਜਿੱਥੇ ਕਿਥੇ ਸੂਰਮਿਆਂ ਦੇ ਵੀ ਉਤਾਰੇ ਮੈਂ ਵੇਖੇ ਹਨਗੇ। ਜਿੱਥੇ ਕਿਤੇ ਸੂਰਮਿਆਂ ਦੇ ਲੱਗੇ ਪੜਾਅ ਵੀ ਵੇਖੇ ਹੈ। ਕਿਤੇ ਕਿਤਨੇ ਘੋੜੇ ਵੱਜੇ ਹੈ, ਕਿਤੇ ਕਿਤਨੇ ਘੋੜੇ ਵੱਜੇ। ਘੋੜਿਆਂ ਦੇ ਕੋਲ ਸਿਪਾਹੀਆਂ ਦੇ ਸੂਰਮਿਆਂ ਦੇ ਤੰਬੂ ਲੱਗੇ ਹੋਏ ਹਨ ਤੇ ਆਪਣੇ ਤੰਬੂਆਂ ਵਿੱਚ ਸੁਸ਼ੋਭਤ ਹੈ। ਤੇ ਕਈ ਗੁਰਾਂ ਦੀ ਹਜ਼ੂਰੀ ਵਿੱਚ ਸ਼ਸਤਰਾਂ ਨਾਲ ਸੁਸੱਜਿਤ ਖੜੇ ਮੈਂ ਵੇਖੇ ਹੈ। ਇਕ ਸੰਗਤ ਸਭ ਦੇਸ਼ ਤੇ ਆਵੈ। ਸਾਰੀਆਂ ਦਿਸ਼ਾਵਾਂ ਤੋਂ ਹੀ ਸਿੱਖ ਸੰਗਤਾਂ ਗੁਰੂ ਦਰਸ਼ਨਾਂ ਨੂੰ ਆਉਂਦੀਆਂ। ਵਸਤ ਅਜਾਇਬ ਭੇਟ ਚੜਾਵੈ। ਅਜੀਬ ਅਸਚਰਜ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਦੀਆਂ। ਪੁਰਵਹਿ ਮਨਹੁ ਕਾਮਨਾ ਸਭ ਕੀ। ਤੇ ਸਤਿਗੁਰੂ ਜੀ ਸਾਰਿਆਂ ਦੇ ਮਨ ਦੀਆਂ ਕਾਮਨਾਵਾਂ ਪੂਰਨ ਕਰਦੇ ਆ। ਜੈਸੀ ਕੋਈ ਮਨਸ਼ਾ ਲੈ ਕੇ ਆਉਂਦਾ ਸਤਿਗੁਰੂ ਜੀ ਉਹੋ ਜਿਹੀ ਇੱਛਾ ਅਗਲੇ ਦੀ ਪੂਰੀ ਕਰਦੇ ਆ। ਹਰਖਿਓ ਪਿਖੀ ਜੋਤ ਮੈਂ ਜਬ ਕੀ। ਜਦੋਂ ਦੀ ਸਤਿਗੁਰਾਂ ਦੀ ਇਹ ਜੋਤ ਮੈਂ ਵੇਖੀ ਹੈ, ਭਾਵ ਉਹਨਾਂ ਦੇ ਚਿਹਰੇ ਦਾ ਜੋ ਜਲਾਲ, ਚਿਹਰੇ ਦੀ ਕ੍ਰਾਂਤੀ ਮੈਂ ਵੇਖੀ ਹੈ, ਸੁਭਾਵਿਕ ਹੀ ਮੇਰਾ ਮਨ ਖਿੜਿਆ ਖਿੜਿਆ ਹੈ, ਪ੍ਰਸੰਨ ਪ੍ਰਸੰਨ ਹੈ। ਉਚਿਤ ਆਪ ਕੋ ਤੂਰਨ ਚਲਿਆ ਹੈ। ਸੋ ਰਾਜਨ ਭੀਮ ਚੰਦ, ਤੁਹਾਨੂੰ ਵੀ ਗੁਰੂਦੇਵ ਦੇ ਦਰਸ਼ਨ ਕਰਨੇ ਉਚਿਤ ਹੈ, ਯੋਗ ਹੈ। ਤੇ ਤਤਕਾਲ ਸ਼ੀਘਰਤਾ ਨਾਲ ਤੁਸੀਂ ਵੀ ਗੁਰਾਂ ਦੇ ਦਰਸ਼ਨ ਕਰੋ। ਹਿਰਦੇ ਭਾਉ ਧਰ ਗੁਰ ਸੰਗ ਮਿਲਿਆ ਹੈ। ਇਹ ਰਾਜਨ, ਮੈਂ ਇੱਕ ਬੇਨਤੀ ਕਰਦਾ ਹਾਂ ਤੁਹਾਨੂੰ। ਵੈਸੇ ਤੇ ਤੁਸੀਂ ਸਿਆਣੇ ਹੋ, ਦਾਨਸ਼ਮੰਦ ਹੋ, ਤੁਸੀਂ ਸੁਲਝੇ ਹੋਏ ਹੋ, ਪਰ ਫਿਰ ਵੀ ਮੈਂ ਇੱਕ ਸਨਿਮਰ ਬੇਨਤੀ ਕਰਦਾ ਹਾਂ ਕਿ ਗੁਰੂ ਦਰਸ਼ਨਾਂ ਨੂੰ ਜਦ ਜਾਓ ਤੇ ਮਨ ਵਿੱਚ ਭਾਓ ਪ੍ਰੇਮ ਲੈ ਕੇ ਜਾਣਾ। ਆਪਣੇ ਰਾਜ්य ਦੀ ਅਹੰਗਤਾ, ਆਪਣੀ ਸੈਨਾ ਦਾ ਅਭਿਮਾਨ, ਆਪਣੀ ਸੈਨਿਆ ਬਲ ਜਾਂ ਆਪਣੀ ਅਸਲੇ ਆਦਿ ਦੇ, ਸ਼ਸਤਰ ਆਦਿ ਦੇ ਬਲ ਦੀ ਜਿਹੜੀ ਅਭਿਮਾਨਤਾ ਹੈ ਉਹ ਲੈ ਕੇ ਨਾ ਗੁਰੂ ਸਨਮੁਖ ਜਾਣਾ। ਜਦੋਂ ਗੁਰੂ ਕੋਲ ਜਾਓ ਤੇ ਮਨ ਵਿੱਚ ਭਾਉ ਧਾਰਨ ਕਰਕੇ ਜਾਣਾ। ਗਿਰਪਤ ਸੁਨ ਆਨੰਦ ਕੋ ਪਾਇਓ। ਗੁਰੂ ਉਪਮਾ ਸੁਣ ਕੇ ਭੀਮ ਚੰਦ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ।
ਮਿਲਨ ਹੇਤ ਸਭ ਸਾਜ ਬਨਾਇਓ। ਤੇ ਮਿਲਣ ਵਾਸਤੇ ਸਾਰਾ ਜਿਹੜਾ ਸਾਜ ਬਣਾਇਆ, ਭਾਵ ਸਾਰੀ ਤਿਆਰੀ ਕੀਤੀ ਜਾਣ ਦੀ। ਸੈਨਾ ਸਕਲ ਬਟੋਰਨ ਕੀਨ, ਆਪਣੀ ਸਾਰੀ ਸੈਨਾ ਵੀ ਇਕੱਤਰਤ ਕਰ ਲਈ। ਬ੍ਰਿੰਦ ਮੁਸਾਹਿਬ ਕਰ ਸੰਗ ਲੀਨ, ਬਹੁਤੇ ਮੁਸਾਹਿਬ ਜਿਹੜੇ ਸਭਾਸਦ ਹਨ, ਸੰਗੀ ਨਿਕਟ ਵਰਤੇ, ਉਹਨਾਂ ਨੂੰ ਵੀ ਨਾਲ ਲਿਆ। ਬਸਨ ਬਿਭੂਖਨ ਤਨ ਧਰ ਘਨੇ, ਸੋਹਣੇ ਬਸਤਰ ਸੋਹਣੇ ਗਹਿਣੇ ਆਪਣੇ ਤਨ ਤੇ ਧਾਰਨ ਕੀਤੇ ਐ। ਤੀਰ ਤੁਫੰਗਨ ਆਯੁਧ ਸਨੇ, ਤੀਰਾਂ ਤੁਫੰਗ ਬੰਦੂਕਾਂ ਤੇ ਆਯੁਧ ਸ਼ਸਤਰ ਜਿਹੜੇ ਆ ਉਹਨਾਂ ਨਾਲ ਸੁਸੱਜਿਤ ਹੋਇਆ। ਏਮ ਲੈ ਕਰ ਭਟ ਭੀਰ ਵਿਸਾਲਾ, ਇਉਂ ਸੂਰਮਿਆਂ ਦੀ ਭੀੜ ਨਾਲ ਲੈ ਕੇ ਦੁਰਦ ਅਰੂੜ ਪੰਥ ਕੋ ਚਾਲਾ, ਤੇ ਦੁਰਦ ਤੇ ਹਾਥੀ ਤੇ ਅਸਵਾਰ ਹੋ ਕੇ ਤੇ ਭੀਮ ਚੰਦ ਚੱਲ ਪਿਆ। ਬਾਦਤ ਧੁੰਦਬ ਆਦ ਅਗਾਰੀ, ਭੀਮ ਚੰਦ ਦੇ ਅੱਗੇ ਅੱਗੇ ਧੁੰਦਬ ਨਗਾਰੇ ਵੱਜਦੇ ਆ ਰਹੇ ਐ। ਵੱਜਹਿ ਕੁਲਾਹਲ ਘਾਲਤ ਭਾਰੀ, ਤੇ ਬੜਾ ਕੋਲਾਹਲ ਹੋ ਰਿਹਾ। ਨਗਾਰੇ ਵੱਜਣੇ ਕਾਰਨ ਘੋੜਿਆਂ ਦੇ ਪੈਰਾਂ ਦਾ ਖੜਕਾ, ਸੂਰਮਿਆਂ ਦਾ ਆਪਸੀ ਬੋਲ ਬਾਲ, ਇਹ ਜਿਹੜਾ ਬੜਾ ਕੋਲਾਹਲ, ਕੋਲਾਹਲ ਨਾਮ ਹੁੰਦਾ ਸ਼ੋਰ ਦਾ, ਇਹ ਬੜਾ ਸ਼ੋਰ ਹੋ ਰਿਹਾ ਹੈ। ਭੀਮ ਚੰਦ ਉਤਸਾਹਿਤ ਆਇਓ, ਬੜਾ ਉਤਸ਼ਾਹ ਮਨ ਵਿੱਚ ਧਾਰਨ ਕਰਕੇ ਭੀਮ ਚੰਦ ਆਇਆ। ਚਲਤ ਆਨੰਦਪੁਰਾ ਨੀਰ ਆਇਓ, ਚਲਦਿਆਂ ਚਲਦਿਆਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਨੇੜੇ ਆ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਨਗਰੀ ਦੇ ਨਿਕਟ ਭੀਮ ਚੰਦ ਪਹੁੰਚ ਗਿਆ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਭੀਮ ਚੰਦ ਉਤਸਾਹਿਤ ਆਇਓ, ਚਲਤ ਆਨੰਦਪੁਰਾ ਨੀਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।